उन्हां किसानां कोल पहुँच की, उन्होंने पैसे वापस करने की गलबात इन्हें की। मन्निया है कि मैं पैसे वापस करना, पर यह कहता भी एक हिस्सा जिहड़ा मैं उपर पहुँचा दिता है, जिहड़े पैसे मेरे कोल ने मैं वो पैसे वापस करांगा। कि उन्होंने मैंने मानसिक तौर पर इन्ना परेशान करता भी मैंने उदों कोई समझ नहीं आई। वो जो गल्लां कही गए मैं उत्थे चुप करके बैठा रहा, तो उन्होंने आपे ही उन्होंने गल्लां कीतियां ते आपे ही उन्होंने मेरे सामने लिखिया ते आपे उन्होंने कीता। घटना दे विच मेरी कोई घटना हो जाती या मैं मर जाना या कुछ हो जाता या मेरे परिवार में कुछ होता है तो उसका जिम्मेवार हरनेक सिंह महमा अते नसीब सिंह नंबरदार होएगा। असीं उहदे ते भी इहदे नाल एग्री सां कि साडा किसान सौ देगा तैनूं पैसे दिते ने तां तूं पैसे वापस दे दे, जे तू नहीं देने तो तू ये सौ दे दे कि मैं पैसे नहीं लाए तो असीं तेरे तो पैसे नहीं मंगते। तो उहदे तो भी ये भज्जिया है। हुण ये सानू थ्रैट करने वास्ते बयान दे रहा कि जे मैनू कुछ हो गया तो इसदा जिम्मेवार हरनेक सिंह महमा है। पिछले दिनी सोशल मीडिया ते एक वीडियो बहुत ही तेजी दे नाल वायरल हुई सी, जिस दे विच कई किसान आगूआं दे वल्लों एक पटवारी नूं किसी मामले नूं लैके सवाल जवाब कीते जा रहे सी, जिस तो बाद किसानां ते पटवारी दे विचकार विवाद काफ़ी वधिया होया नज़र आ रहा है। इस मामले संबंधी किसान आगूआं ने गलबात करते हुए कहा कि उन्हां नूं उस पटवारी खिलाफ किसानां तो रिश्वत लैण दीआं काफ़ी शिकायतां मिलीਆਂ सी, पर उस पटवारी कोल यूनीयन ਵੱਲੋਂ राबता ਕਰਨ ਤੇ किसानां ਕੋਲੋਂ ਲਏ ਗਏ पैसे वापस देण ਦੀ ਗੱਲ ਵੀ पटवारी ਵੱਲੋਂ ਮੰਨ ਲਈ ਗਈ ਸੀ। ਉਹਨਾਂ ਕਿਹਾ ਕਿ पटवारी ਦੇ ਦੱਸਣ ਅਨੁਸਾਰ ਉਸਨੇ ਇੱਕ ਹਿੱਸਾ ਉੱਪਰ ਪਹੁੰਚਦਾ ਕਰ ਦਿੱਤਾ ਏ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਉਹਨਾਂ ਵੱਲੋਂ ਕਿਸਾਨਾਂ ਦੇ ਪੈਸੇ ਵਾਪਸ ਕਰਵਾਉਣ ਦੇ ਲਈ पटवारी ਦੇ ਦਫ਼ਤਰ ਤੱਕ ਵੀ ਪਹੁੰਚ ਕੀਤੀ ਗਈ ਸੀ। पटवारी ਵੱਲੋਂ किसान यूनीयन ਤੇ ਲਗਾਏ ਗਏ ਇਲਜ਼ਾਮ ਬੇਬੁਨਿਆਦ ਨੇ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਕਿਸਾਨਾਂ ਕੋਲ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਉਸ पटवारी ਦੇ ਖਿਲਾਫ ਪ੍ਰਸ਼ਾਸਨ ਕੋਲੋਂ ਉਹਨਾਂ ਵੱਲੋਂ ਸਖਤ ਤੋਂ ਸਖਤ ਕਾਰਵਾਈ ਵੀ ਕਰਵਾਈ ਜਾਵੇਗੀ। ਸਾਨੂੰ ਜੀ ਪਿਛਲੇ 1.5 ਮਹੀਨੇ ਤੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਰਜਿੰਦਰ ਕੁਮਾਰ ਕੋਸ਼ੜ ਨਾਂ ਦਾ ਜਿਹੜਾ ਪਟਵਾਰੀ ਹੈ ਇਹ ਹੁਣ ਵੀ ਹਰ ਮਤਲਬ ਮਸਲੇ ਤੇ ਰਿਸ਼ਵਤ ਮੰਗਦਾ ਕਿਸਾਨਾਂ ਤੋਂ, ਪਰ ਪਿਛਲੇ ਸਮੇਂ ਤੇ ਇਹਨੇ ਬਹੁਤ ਜ਼ਿਆਦੀ ਰਿਸ਼ਵਤ ਕਿਸਾਨਾਂ ਤੋਂ ਖਾਧੀ ਹੋਈ ਹੈ। ਕੱਚੀਆਂ ਜ਼ਮੀਨਾਂ ਪੱਕੀਆਂ ਕਰਨ ਦੇ ਨਾਂ ਤੇ ਉਹਨਾਂ ਦੇ ਨੰਬਰ ਨੇ ਜਿਹੜੇ ਆਉਣ ਵਾਲੇ ਮੁਆਵਜ਼ੇ ਦੇ ਵਿੱਚ ਪਾਉਣ ਵਾਸਤੇ ਲੱਖਾਂ ਰੁਪਏ ਦੀ ਰਿਸ਼ਵਤ ਖਾਧੀ ਹੈ। ਵੱਖ-ਵੱਖ ਕਿਸਾਨਾਂ ਨੇ ਸਾਡੇ ਕੋਲ ਆ ਕੇ ਸ਼ਿਕਾਇਤ ਕੀਤੀ ਸੀ। ਅਸੀਂ ਇਸ ਪਟਵਾਰੀ ਦੇ ਕੋਲ ਘਰੇ ਗਏ ਉਸ ਮਸਲੇ ਨਾਲ ਗੱਲਬਾਤ ਕਰਨ ਲਈ। ਇਹਨੇ ਸਾਡੇ ਨਾਲ ਗੱਲਬਾਤ ਨਹੀਂ ਕੀਤੀ, ਕਿਤੇ ਗਿਆ ਹੋਇਆ ਸੀ। ਜਦੋਂ ਇਹਨੂੰ ਆਏ ਨੂੰ ਪਤਾ ਲੱਗਾ ਕਿ ਮੇਰੀ ਇਸ ਤਰ੍ਹਾਂ ਕਿਸਾਨ ਜਥੇਬੰਦੀ ਕੋਲ ਸ਼ਿਕਾਇਤ ਗਈ ਹੈ ਤਾਂ ਇਹਨੇ ਉਹਨਾਂ ਕਿਸਾਨਾਂ ਕੋਲ ਪਹੁੰਚ ਕੀਤੀ, ਉਹਨਾਂ ਨੂੰ ਪੈਸੇ ਵਾਪਸ ਕਰਨ ਦੀ ਗੱਲਬਾਤ ਇਹਨੇ ਕੀਤੀ। ਮੰਨਿਆ ਹੈ ਕਿ ਮੈਂ ਪੈਸੇ ਵਾਪਸ ਕਰਨਾ, ਪਰ ਇਹ ਕਹਿੰਦਾ ਵੀ ਇੱਕ ਹਿੱਸਾ ਜਿਹੜਾ ਮੈਂ ਉੱਪਰ ਪਹੁੰਚਾ ਦਿੱਤਾ ਹੈ, ਜਿਹੜੇ ਪੈਸੇ ਮੇਰੇ ਕੋਲ ਨੇ ਮੈਂ ਉਹ ਪੈਸੇ ਵਾਪਸ ਕਰਾਂਗਾ। ਅਸੀਂ ਕੱਲ ਇਹਦੇ ਦਫ਼ਤਰ ਗਏ, ਇਹਦੇ ਨਾਲ ਗੱਲਬਾਤ ਕੀਤੀ। ਇਹ ਮੰਨਿਆ ਕੱਲ ਕਿ ਹਾਂ ਮੈਂ ਇਹਨਾਂ ਕਿਸਾਨਾਂ ਤੋਂ ਪੈਸੇ ਲਏ ਨੇ, ਇਹਨੇ ਪੈਸੇ ਵਾਪਸ ਕਰਨ ਦੀ ਗੱਲ ਕੀਤੀ। ਮੰਨਿਆ ਇਹ ਪੈਸੇ ਵਾਪਸ ਕਰਨੇ, ਤਾਂ ਕੋਈ ਇਹਦੇ ਤੇ ਅਸੀਂ ਕਿਸੇ ਕਿਸਮ ਦਾ ਦਬਾਅ ਨਹੀਂ ਬਣਾਇਆ। ਇਹਦੇ ਦਫ਼ਤਰ ਦੇ ਵਿੱਚ ਗਏ ਆ, ਇਹਦੇ ਦਫ਼ਤਰ ਦੇ ਵਿੱਚ ਇਹਦੇ ਆਲੇ ਦੁਆਲੇ ਸੈਂਕੜੇ ਦੇ ਮੁਲਾਜ਼ਮ ਇਹਦੇ ਨਾਲ ਸਨ। ਕੋਈ ਕਿਸੇ ਕਿਸਮ ਦਾ ਦਬਾਅ ਨਹੀਂ ਬਣਾਇਆ। ਇਹ ਆਪਦੀ ਮਰਜ਼ੀ ਨਾਲ ਮੰਨਿਆ ਕਿ ਇਹਨਾਂ ਕਿਸਾਨਾਂ ਤੋਂ ਮੈਂ ਜਿਹੜਾ ਇਹ ਪੈਸੇ ਲਏ ਨੇ। ਅਸੀਂ ਇਹਦੇ ਕੋਲ ਸ਼ਰਤ ਰੱਖੀ ਸੀ ਕਿ ਪੰਜਾਬ ਦਾ ਜਿਹੜਾ ਨਿਯਮ ਹੈ, ਸਾਡਾ ਜਿਹੜਾ ਨਿਯਮ ਹੈ ਉਹ ਇਹ ਆ ਕਿ ਜਾਂ ਸਹੁੰ ਲੈ ਲਾ ਤੇ ਜਾਂ ਸਹੁੰ ਦੇ ਦੇ। ਅਸੀਂ ਉਹਦੇ ਤੇ ਵੀ ਇਹਦੇ ਨਾਲ ਐਗਰੀ ਸਾਂ ਕਿ ਸਾਡਾ ਕਿਸਾਨ ਸਹੁੰ ਦੇਗਾ ਤੈਨੂੰ ਪੈਸੇ ਦਿੱਤੇ ਨੇ ਤਾਂ ਤੂੰ ਪੈਸੇ ਵਾਪਸ ਦੇ ਦੇ, ਜੇ ਤੂੰ ਨਹੀਂ ਦੇਣੇ ਤੇ ਤੂੰ ਇਹ ਸਹੁੰ ਦੇ ਦੇ ਕਿ ਮੈਂ ਪੈਸੇ ਨਹੀਂ ਲਾਏ ਤੇ ਅਸੀਂ ਤੇਰੇ ਤੋਂ ਪੈਸੇ ਨਹੀਂ ਮੰਗਦੇ। ਤਾਂ ਉਹਦੇ ਤੋਂ ਵੀ ਇਹ ਭੱਜਿਆ ਹੈ। ਹੁਣ ਇਹ ਸਾਨੂੰ ਥ੍ਰੈਟ ਕਰਨ ਵਾਸਤੇ ਬਿਆਨ ਦੇ ਰਿਹਾ ਕਿ ਜੇ ਮੈਨੂੰ ਕੁਝ ਹੋ ਗਿਆ ਤਾਂ ਇਹਦਾ ਜ਼ਿੰਮੇਵਾਰ ਹਰਨੇਕ ਸਿੰਘ ਮਹਿਮਾ ਹੈ। ਤਾਂ ਸਾਡਾ ਇਹ ਕਹਿਣਾ ਹੈ ਕਿ ਸਾਡਾ ਇਸ ਪਟਵਾਰੀ ਦੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ, ਕੋਈ ਲੈਣ ਦੇਣ ਨਹੀਂ, ਪਰ ਕਿਸਾਨਾਂ ਨਾਲ ਜਿਹੜਾ ਇਹਨੇ ਧੱਕਾ ਕੀਤਾ ਹੋਇਆ ਹੈ ਉਹਦੇ ਖਿਲਾਫ ਅਸੀਂ ਇਹਦੇ ਖਿਲਾਫ ਮੁਕੱਦਮਾ ਵੀ ਦਰਜ ਕਰਾਵਾਂਗੇ, ਇਹਦੀ ਇਨਕੁਆਇਰੀ ਵੀ ਖਿਲਾਵਾਂਗੇ, ਇਹਨੂੰ ਸਸਪੈਂਡ ਵੀ ਕਰਾਵਾਂਗੇ, ਇਹਨੂੰ ਡਿਸਮਿਸ ਵੀ ਕਰਾਵਾਂਗੇ ਜੇ ਸਾਡੇ ਨਾਲ ਕੀਤੇ ਹੋਏ ਵਾਅਦੇ ਅਨੁਸਾਰ ਸਾਡੇ ਕਿਸਾਨਾਂ ਦੇ ਪੈਸੇ ਇਹ ਵਾਪਸ ਨਹੀਂ ਕਰਦਾ। ਇਸ ਮਾਮਲੇ ਸੰਬੰਧੀ ਜਦੋਂ ਉਸ ਪਟਵਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਜਦੋਂ ਆਪਣੇ ਦਫ਼ਤਰ ਦੇ ਵਿੱਚ ਮੌਜੂਦ ਸੀ ਤਾਂ ਕਾਫੀ ਬੰਦਿਆਂ ਨੇ ਆ ਕੇ ਉਸ ਨੂੰ ਘੇਰਾ ਪਾ ਲਿਆ ਅਤੇ ਉਸ ਨੂੰ ਉਹਨਾਂ ਦੇ ਅਨੁਸਾਰ ਹੀ ਕੰਮ ਕਰਨ ਦੇ ਲਈ ਮਜਬੂਰ ਵੀ ਕੀਤਾ ਗਿਆ। ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਗਦੌਰੀਆਂ ਨੂੰ ਮੁੜ ਤੋਂ ਬਹਾਲ ਕਰਨ ਦੇ ਲਈ ਉਸ ਨੂੰ ਮਜਬੂਰ ਕੀਤਾ ਜਾ ਰਿਹਾ ਹੈ, ਜਦੋਂ ਕਿ ਕੇਂਦਰ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਗਦੌਰੀਆਂ ਨੂੰ ਖਤਮ ਕਰ ਦਿੱਤਾ ਗਿਆ ਹੈ। ਕੋਸ਼ੜ ਜੀ, ਕੱਲ ਇੱਕ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਹਾਡੇ ਤੇ ਕਈ ਇਲਜ਼ਾਮ ਲੱਗਦੇ ਹੈਗੇ
ਕਿੱਦਾਂ ਦੇਖਦੇ ਹੋ ਕੱਲ੍ਹ ਜਿਹੜੀ ਕਿਸਾਨ ਜਥੇਬੰਦੀ ਇਕੱਠੀ ਹੋਈ ਸੀ? ਇਸ ਤਰ੍ਹਾਂ ਜੀ, ਮੈਂ ਗੁਰਵਿੰਦਰ ਕੁਮਾਰ ਪਟਵਾਰੀ ਬੋਲ ਰਿਹਾ ਜੀ, ਫਿਰੋਜ਼ਪੁਰ ਤੋਂ। ਮੈਂ ਇੱਕ ਹੈਂਡੀਕੈਪਟ ਪਟਵਾਰੀ ਹਾਂ। ਕੱਲ੍ਹ ਮੈਂ ਆਪਦੀ ਸੀਟ ਤੇ ਬੈਠਾ ਹੋਇਆ ਸੀ। ਕੱਲ੍ਹ 50-60 ਬੰਦਿਆਂ ਨੇ ਆ ਕੇ ਮੈਨੂੰ ਘੇਰਾ ਪਾ ਲਿਆ ਔਰ ਉਹਨੂੰ ਟਾਈਟ ਕਰਤਾ। ਉਦੋਂ ਉਹਨਾਂ ਨੇ ਕੋਈ ਵੀ ਵੀਡੀਓ ਨਹੀਂ ਬਣਾ ਰਹੀ ਸੀ। ਮੈਨੂੰ ਕਹਿੰਦੇ ਵੀ ਜੋ ਅਸੀਂ ਤੈਨੂੰ ਕਹਾਂਗੇ ਉਹ ਸਾਡੀ ਗੱਲ ਮੰਨ, ਤਾਂ ਅਸੀਂ ਤੈਨੂੰ ਕੁਝ ਨਹੀਂ ਕਹਾਂਗੇ, ਨਹੀਂ ਤਾਂ ਅਸੀਂ ਤੈਨੂੰ ਹੁਣੇ ਹੀ ਚਾਹੀਏ ਤਾਂ ਤੇਰੇ 'ਤੇ ਕੁੱਟਮਾਰ ਕਰ ਸਕਦੇ ਹਾਂ, ਤੇਰੇ ਨਾਲ ਬੁਰਾ ਵਿਹਾਰ ਕਰ ਸਕਦੇ ਹਾਂ। ਜਦ ਕਿ ਉਹਨਾਂ ਨੇ ਮੈਨੂੰ ਮਾਨਸਿਕ ਤੌਰ 'ਤੇ ਇੰਨਾ ਪਰੇਸ਼ਾਨ ਕਰਤਾ ਵੀ ਮੈਨੂੰ ਉਦੋਂ ਕੋਈ ਸਮਝ ਨਹੀਂ ਆਈ। ਉਹ ਜੋ ਗੱਲਾਂ ਕਹੀ ਗਏ ਮੈਂ ਉੱਥੇ ਚੁੱਪ ਕਰਕੇ ਬੈਠਾ ਰਿਹਾ, ਤੇ ਉਹਨਾਂ ਆਪੇ ਹੀ ਉਹਨਾਂ ਨੇ ਗੱਲਾਂ ਕੀਤੀਆਂ ਤੇ ਆਪੇ ਹੀ ਉਹਨਾਂ ਨੇ ਮੇਰੇ ਸਾਹਮਣੇ ਲਿਖਿਆ ਤੇ ਆਪੇ ਉਹਨਾਂ ਨੇ ਕੀਤਾ। ਗੱਲ ਇਹ ਹੈ ਜੀ, ਕੱਲ੍ਹ ਮੈਂ ਸਾਰੀ ਰਾਤ ਸੁੱਤਾ ਨਹੀਂ, ਮੈਂ ਬਹੁਤ ਪਰੇਸ਼ਾਨ ਹਾਂ। ਅਗਰ ਮੈਂ ਇਹਦੇ ਇਸੇ ਹੀ ਘਟਨਾ ਦੇ ਵਿੱਚ ਮੇਰੀ ਕੋਈ ਘਟਨਾ ਹੋ ਜਾਂਦੀ ਜਾਂ ਮੈਂ ਮਰ ਜਾਂਦਾ ਜਾਂ ਕੁਝ ਹੋ ਜਾਂਦਾ ਜਾਂ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਹੈ, ਤਾਂ ਉਸ ਦਾ ਜ਼ਿੰਮੇਵਾਰ ਹਰਨੇਕ ਸਿੰਘ ਮਹਿਮਾ ਅਤੇ ਨਸੀਬ ਸਿੰਘ ਨੰਬਰਦਾਰ ਹੋਏਗਾ। ਜਿਹੜੇ ਇਲਜ਼ਾਮ ਲੱਗੇ ਆ ਤੁਹਾਡੇ 2 ਲੱਖ ਰੁਪਏ ਦੀ ਵੀ ਉਹਦੇ ਵਿੱਚ ਵੀਡੀਓ ਦੇ ਵਿੱਚ ਗੱਲ ਹੋ ਰਹੀ ਹੈ, ਤਾਂ ਕਰਾਰ ਦੀ ਵੀ ਗੱਲ ਹੋ ਰਹੀ ਹੈ, ਤਾਂ ਉਹ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੈਗੇ ਹੋ ਕਿ ਗਦੋਰੀਆਂ ਦੇ ਨਾਂ ਤੇ ਜਿਹੜੇ ਪੈਸੇ ਮੈਂ ਦੱਸਦਾ ਜੀ, ਮੈਂ ਦੱਸਦਾ। ਪਹਿਲਾਂ ਗੱਲ ਕਰੋ ਜੀ ਗਰਦੋਰੀਆਂ ਦੀ। ਸੈਂਟਰ ਗੌਰਮੈਂਟ ਅਤੇ ਪੰਜਾਬ ਗੌਰਮੈਂਟ ਦੀ ਚਿੱਠੀ ਇੱਕ ਆਈ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਸਾਰੇ ਪੰਜਾਬ ਦੀਆਂ ਗਰਦੋਰੀਆਂ ਨੂੰ ਤੋੜ ਦਿੱਤਾ ਜਾਵੇ। ਸੈਂਟਰ ਗੌਰਮੈਂਟ ਅਤੇ ਪ੍ਰੋਵਿੰਸ਼ਲ ਗੌਰਮੈਂਟ, ਉਹ ਗਰਦੋਰੀਆਂ ਅਸੀਂ ਤੋੜ ਦਿੱਤੀਆਂ ਗਈਆਂ। ਉਹ ਮੈਂ ਤੁਹਾਨੂੰ ਆਰਡਰ ਦਿਖਾਉਣਾ। ਇਹਨਾਂ ਨੇ ਮੈਨੂੰ ਕੁਐਸਚਨ ਹੀ ਇਹ ਕੀਤਾ ਵੀ ਤੂੰ ਗਰਦੋਰੀਆਂ ਕਿਉਂ ਤੋੜੀਆਂ, ਇਹ ਗਰਦੋਰੀਆਂ ਨੂੰ ਬਹਾਲ ਕਰ, ਪੈੜੀਆਂ ਪੱਕੀਆਂ ਜਿਹੜੀਆਂ ਦੀ ਚਿੱਠੀ ਆਈ ਸੀ ਤੂੰ ਪੱਕੀਆਂ ਕਰ। ਜਦ ਕਿ ਅਫਸਰਾਂ ਦੇ ਹੁਕਮ ਤੋਂ ਬਗੈਰ ਜਾਂ ਪੰਜਾਬ ਗੌਰਮੈਂਟ ਦੇ ਹੁਕਮ ਤੋਂ ਬਗੈਰ ਮੈਂ ਕੁਝ ਕਰ ਨਹੀਂ ਸਕਦਾ। ਮੈਂ ਇੱਕ ਛੋਟਾ ਜਿਹਾ ਪਟਵਾਰੀ ਹਾਂ। ਇਹਨਾਂ ਨੇ ਉਹ ਮੇਰੇ 'ਤੇ ਦਬਾਅ ਬਣਾਇਆ। ਦਬਾਅ ਬਣਾਉਣ ਦੇ ਬਾਅਦ ਮੈਨੂੰ ਕਹਿੰਦੇ ਵੀ ਹੁਣ ਬੋਲੀ ਨਾ, ਹੁਣ ਜੋ ਅਸੀਂ ਕਵਾਂਗੇ ਤੇਰਾ ਕਰਾਂਗੇ ਫਾਇਦਾ, ਤੇਰਾ ਨੁਕਸਾਨ ਨਹੀਂ ਕਰਦੇ। ਉਹ ਤਾਂ ਫਿਰ ਵੀਡੀਓ ਬਣਾਉਣ ਲੱਗ ਪਏ। ਵੀਡੀਓ ਬਣਾ ਕੇ ਮੈਨੂੰ ਕਹਿੰਦੇ ਵੀ ਜੋ ਬੋਲੀ ਗਏ, ਜੋ ਕਿ ਆਪੇ ਹੀ ਉਹਨਾਂ ਨੇ ਲਿਖਿਆ, ਆਪੇ ਹੀ ਕੀਤਾ। ਮੈਂ ਇਹ ਸਰਕਲ ਛੱਡਣ ਨੂੰ ਮੈਨੂੰ 7-8 ਮਹੀਨੇ ਹੋ ਗਏ ਨੇ। 8 ਮਹੀਨੇ ਤੱਕ ਤਾਂ ਮੇਰੇ ਕੋਲ ਕੋਈ ਆਇਆ ਨਹੀਂ। 8 ਮਹੀਨਿਆਂ ਬਾਅਦ ਪਤਾ ਨਹੀਂ ਕਿਸ ਸਾਜ਼ਿਸ਼ ਦੇ ਤਹਿਤ ਇਹਨਾਂ ਨੇ ਮੇਰੇ 'ਤੇ ਕੱਲ੍ਹ ਹੱਲਾ ਬੋਲਿਆ ਔਰ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਕੱਲ੍ਹ ਇਹਨਾਂ ਨੇ। ਪਟਵਾਰੀ ਅਤੇ ਕਿਸਾਨਾਂ ਦੇ ਵਿਚਕਾਰ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਏ। ਜਿੱਥੇ ਕਿਸਾਨਾਂ ਵੱਲੋਂ ਪਟਵਾਰੀ ਤੇ ਰਿਸ਼ਵਤ ਲੈਣ ਦੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ, ਉੱਥੇ ਪਟਵਾਰੀ ਵੱਲੋਂ ਆਪਣੇ ਤੇ ਲਗਾਏ ਇਲਜ਼ਾਮਾਂ ਨੂੰ ਝੂਠਾ ਦੱਸ ਕੇ ਕਿਸਾਨਾਂ ਨੂੰ ਹੀ ਕਸੂਰਵਾਰ ਦੱਸਿਆ ਜਾ ਰਿਹਾ ਏ। ਹੁਣ ਇਸ ਮਾਮਲੇ ਦੇ ਵਿੱਚ ਅਸਲੀ ਕਸੂਰਵਾਰ ਕੌਣ ਏ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਦੀ ਰਿਪੋਰਟ, ਪੰਜਾਬੀ ਲੋਕ ਚੈਨਲ।